Hello friends, welcome to my YouTube channel Shiksha Material. I hope you liked my videos. We have already done 4 part of Indian Constitution. Today we continue this topic. If you like my video, please subscribe, like and share. Thank you friends. $71 question is the Rajya Sabha is Rajya Sabha है ऑप्शन है ए परमानेंट बॉडी, ऑप्शन बी ए टेम्परेरी बॉडी, ऑप्शन सी ए पार्ट ऑफ द लोक सभा एंड ऑप्शन डी नन ऑफ दिस एंड द राइट आंसर इज ऑप्शन ए परमानेंट बॉडी कि राज सभा एक परमानेंट बॉडी है। इसके मैंबर जरूर एक निश्चित समय लिए चुने जाते हैं बट ये बॉडी परमानेंट है, स्थाई है। क्वेश्चन 72 द पावर ऑफ द सुप्रीम कोर्ट of India to decide disputes between the center and the states fails under its कि जी सुप्रीम कोर्ट है भारत की वो केंद्र ते राज विचकार जिहड़े विवाद हुंदे आ उन्हां दा फैसला करदी आ बट ये फेल कित्थे हो जांदी इहदी शक्ति। ऑप्शन ए है एडवाइजरी जुरिसडिक्शनस, बी अपैलेट जुरिसडिक्शनस, सी ओरिजिनल जुरिसडिक्शनस, ऑप्शन डी कॉन्स्टिट्यूशनल जुरिसडिक्शनस। ऑप्शन सी राइट आंसर कि ओरिजिनल जुरिसडिक्शन कि जिथे इहदा असल अधिकार खेतर हुंदा है उत्थे जिहड़ी इहदी शक्ति आ वो असफल रहिंदी है। ए पर्सन कैन बिकम ए सिटीजन ऑफ इंडिया ईवन इफ बोਰਨ आउटसाइड इंडिया इफ इज ਭਾਰਤ ਦਾ ਇੱਕ ਨਾਗਰਿਕ ਭਾਵੇਂ ਉਹਦਾ ਜਨਮ ਬਾਹਰ ਹੋਇਆ ਹੋਵੇ ਇੰਡੀਆ ਤੋਂ ਉਹ ऑप्शन ए है मदर इज ए सिटीजन ऑफ इंडिया, ऑप्शन बी फादर इज ए सिटीजन ऑफ इंडिया, ऑप्शन सी मदर और फादर इज ए सिटीजन ऑफ इंडिया एट द टाइम ऑफ द पर्सन बर्थ एंड ऑप्शन डी फादर इज ए सिटीजन ऑफ इंडिया एट द टाइम ऑफ पर्सन बर्थ। तो ऑप्शन डी राइट आंसर है, यानी कि ਜਦੋਂ ਉਸ ਪਰਸਨ ਦਾ ਜਨਮ ਹੋਇਆ ਹੋਵੇ ਉਸ ਵੇਲੇ ਉਸਦਾ ਪਿਤਾ ਹੈ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਕੁਐਸਚਨ 74 ਦ ਕਨਸਟੀਟਿਊਸ਼ਨ ਆਫ ਇੰਡੀਆ borrowed the concept of the directive principle of state policy from the constitution of ਭਾਰਤ ਦੇ ਸੰਵਿਧਾਨ ਵਿੱਚ ਜਿਹੜਾ ਕੰਸੈਪਟ ਹੈ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਉਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਆ। ਆਪਸ਼ਨ ਏ ਹੈ ਯੂਕੇ ਦੇ, ਆਪਸ਼ਨ ਬੀ ਕੈਨੇਡਾ, ਆਪਸ਼ਨ ਸੀ ਆਇਰਲੈਂਡ ਐਂਡ ਆਪਸ਼ਨ ਡੀ USA। ਤਾਂ ਰਾਈਟ ਆਨਸਰ ਇਜ਼ ਆਪਸ਼ਨ ਸੀ ਕਿ ਆਇਰਲੈਂਡ ਦੇ ਕਨਸਟੀਟਿਊਸ਼ਨ ਤੋਂ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ। ਕੁਐਸਚਨ 75 ਕੋਂਕਣੀ ਵਾਜ਼ ਇਨਕਲੂਡਡ in the list of official languages in the 8th schedule of our constitution in ਜਿਹੜੀ ਭਾਸ਼ਾ ਕੋਂਕਣੀ ਹੈ ਉਹਨੂੰ ਸਾਡੇ ਸੰਵਿਧਾਨ ਵਿੱਚ 8ਵੀਂ ਅਨੁਸੂਚੀ 'ਚ ਸਰਕਾਰੀ ਭਾਸ਼ਾ ਦੇ ਤੌਰ 'ਤੇ ਕਦੋਂ ਸ਼ਾਮਿਲ ਕੀਤਾ ਗਿਆ ਸੀ। ਆਪਸ਼ਨ ਏ 1967, ਆਪਸ਼ਨ ਬੀ 1992, ਆਪਸ਼ਨ ਸੀ 1988 ਐਂਡ ਆਪਸ਼ਨ ਡੀ 1994। तो ऑप्शन बी राइट आंसर 1992 यानी कि 1992 ਵਿੱਚ ਕੋਂਕਣੀ ਨੂੰ ਸਾਡੇ ਸੰਵਿਧਾਨ ਦੀ 8ਵੀਂ ਅਨੁਸੂਚੀ 'ਚ ਸਰਕਾਰੀ ਭਾਸ਼ਾਵਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਕੁਐਸਚਨ 76 ਦ ਹਾਈ ਕੋਰਟਸ ਐਟ ਮੁੰਬਈ, ਚੇਨਈ ਐਂਡ ਕੋਲਕਾਤਾ ਐਸਟੈਬਲਿਸ਼ਡ ਅੰਡਰ ਦਾ ਜਿਹੜੀ ਹਾਈ ਕੋਰਟ ਹੈ ਉਹਨੂੰ ਮੁੰਬਈ, ਚੇਨਈ ਅਤੇ ਕੋਲਕਾਤਾ ਵਿੱਚ ਕਿਹੜੇ ਐਕਟ ਦੇ ਅੰਡਰ ਜਿਹੜਾ ਵਾ ਉਹ ਸਥਾਪਿਤ ਕੀਤਾ ਗਿਆ ਸੀ। ਆਪਸ਼ਨ ਏ ਇੰਡੀਅਨ ਐਕਟ ਕੋਰਟਸ ਐਕਟ 1911, ਆਪਸ਼ਨ ਬੀ ਇੰਡੀਅਨ ਹਾਈ ਕੋਰਟਸ ਐਕਟ 1865, ਆਪਸ਼ਨ ਸੀ ਇੰਡੀਅਨ ਹਾਈ ਕੋਰਟਸ ਐਕਟਸ 1861 ਐਂਡ ਨਨ ਆਫ ਦਿਸ। ਰਾਈਟ ਆਨਸਰ ਇਜ਼ ਆਪਸ਼ਨ ਸੀ ਇੰਡੀਅਨ ਹਾਈ ਕੋਰਟਸ ਐਕਟ 1861 ਦੇ ਅੰਡਰ। ਕੁਐਸਚਨ 77 For how long
can the president rule in a state be imposed initially? ਕਿਸੇ ਵੀ ਰਾਜ ਵਿੱਚ ਜਿਹੜਾ ਰਾਸ਼ਟਰਪਤੀ ਰੂਲ ਹੈ ਉਹ ਕਿੰਨੇ ਸਮੇਂ ਦੇ ਲਈ ਲਾਗੂ ਕੀਤਾ ਜਾ ਸਕਦਾ ਵਾ। ਅਸੀਂ ਪਹਿਲਾਂ ਵੀ ਕੁਐਸਚਨ ਕੀਤਾ ਸੀ, ਸੇਮ ਇਹੀ ਪ੍ਰੈਜ਼ੀਡੈਂਟ ਰੂਲ ਜਿਹੜਾ ਸਟੇਟ ਵਿੱਚ ਆ ਕਿੰਨੇ ਟਾਈਮ ਲਈ ਇੰਪੋਜ਼ ਕੀਤਾ ਜਾਂਦਾ ਹੈ, ਬਟ ਉੱਥੇ ਕੁਐਸਚਨ ਕੀ ਸੀ ਮੈਕਸੀਮਮ ਪੀਰੀਅਡ, ਅਤੇ ਇੱਥੇ ਕੀ ਇਨੀਸ਼ੀਅਲੀ ਮੀਨ ਕਿ ਸ਼ੁਰੂਆਤੀ ਸਮੇਂ ਵਿੱਚ, ਸ਼ੁਰੂ ਵਿੱਚ ਜਿਹੜਾ ਰਾਸ਼ਟਰਪਤੀ ਰਾਜ ਹੈ ਕਿੰਨੇ ਸਮੇਂ ਲਈ ਲੱਗ ਸਕਦਾ ਹੈ। ਆਪਸ਼ਨ ਏ 1 year, ਆਪਸ਼ਨ ਬੀ 2 years, ਆਪਸ਼ਨ ਸੀ 3 years, ਆਪਸ਼ਨ ਡੀ 6 month। ਤੇ ਰਾਈਟ ਆਨਸਰ ਹੈ ਆਪਸ਼ਨ ਡੀ 6 month। ਸ਼ੁਰੂ ਵਿੱਚ ਇਹ 6 month ਲਈ, ਲੇਕਿਨ ਮੈਕਸੀਮਮ ਪੀਰੀਅਡ ਅਗਰ ਜਦ ਤੱਕ ਕੋਈ ਮਤਲਬ ਸਟੇਟ ਦਾ ਸਾਨੂੰ ਕੋਈ ਵੀ ਹੈੱਡ ਨਹੀਂ ਮਿਲਦਾ ਤਾਂ ਇਹਨੂੰ 2 ਸਾਲ ਯਾਨੀ ਕਿ 2 year ਤੱਕ ਇਹਦੀ ਮੈਕਸੀਮਮ ਪੀਰੀਅਡ ਹੁੰਦਾ ਹੈ। Question 78. The proclamation of emergency by the President on the ground of internal disturbance was made for the first time in। ਰਾਸ਼ਟਰਪਤੀ ਦੁਆਰਾ ਜਦੋਂ ਵੀ ਕੋਈ ਅੰਦਰੂਨੀ ਗੜਬੜ ਹੁੰਦੀ ਹੈ ਅਤੇ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਐਮਰਜੈਂਸੀ ਦਾ ਐਲਾਨ ਆ ਉਹ ਕਦੋਂ ਕੀਤਾ ਗਿਆ ਸੀ। ਆਪਸ਼ਨ ਏ 1975, ਆਪਸ਼ਨ ਬੀ 1976, ਆਪਸ਼ਨ ਸੀ 1974 ਐਂਡ ਆਪਸ਼ਨ ਡੀ 1978। The right answer is ਆਪਸ਼ਨ ਏ 1975 ਵਿੱਚ ਸਭ ਤੋਂ ਪਹਿਲਾਂ ਰਾਸ਼ਟਰਪਤੀ ਦੁਆਰਾ ਅੰਦਰੂਨੀ ਗੜਬੜ ਦੇ ਕਰਕੇ ਐਮਰਜੈਂਸੀ ਜਿਹੜੀ ਆ ਉਹਦੀ ਘੋਸ਼ਣਾ ਕੀਤੀ ਗਈ ਸੀ। Question 79. Universal adult franchises means कि यूनिवर्सल बाल फ्रेंचाइजेज ਦਾ ਮੀਨ ਕੀ ਹੈ। ਆਪਸ਼ਨ ਏ ਵੋਟਿੰਗ ਰਾਈਟ ਟੂ ਆਲ ਐਜੂਕੇਟਡ ਅਡਲਟ ਸਿਟੀਜ਼ਨਸ, ਆਪਸ਼ਨ ਬੀ ਵੋਟਿੰਗ ਰਾਈਟ ਟੂ ਆਲ ਅਡਲਟ ਸਿਟੀਜ਼ਨਸ, ਆਪਸ਼ਨ ਸੀ ਵੋਟਿੰਗ ਰਾਈਟ ਟੂ ਆਲ ਮੇਲ ਅਡਲਟ ਸਿਟੀਜ਼ਨਸ ਐਂਡ ਡੀ ਨਨ ਆਫ ਦਿਸ। ਤਾਂ ਰਾਈਟ ਆਨਸਰ ਕੀ ਹੈ ਬੀ ਕਿ ਵੋਟਿੰਗ ਰਾਈਟ ਟੂ ਆਲ ਅਡਲਟ ਸਿਟੀਜ਼ਨਸ, ਕਿ ਜਿੰਨੇ ਵੀ ਬਾਲਕ ਨਾਗਰਿਕ ਹੈ ਉਹਨਾਂ ਨੂੰ ਵੋਟ ਦਾ ਅਧਿਕਾਰ ਹੈ। ਕੁਐਸਚਨ 80. In the matter of money bills, the position of ਰਾਜ ਸਭਾ is। ਮਨੀ ਬਿੱਲ ਪਾਸ ਕਰਨ ਦੇ ਮਾਮਲੇ ਵਿੱਚ ਰਾਜ ਸਭਾ ਦੀ ਜਿਹੜੀ ਪੋਜੀਸ਼ਨ ਆ ਕੀ ਆ, ਸੁਪੀਰੀਅਰ, ਇਨਫੀਰੀਅਰ, ਸੇਮ ਐਜ਼ ਆਫ ਲੋਕ ਸਭਾ ਜਾਂ ਨਨ ਆਫ ਦਿਸ। ਆਪਸ਼ਨ ਬੀ ਇਜ਼ ਰਾਈਟ, ਇਨਫੀਰੀਅਰ। Okay friends, if you like my video, please like, share and subscribe my channel. Thank you.